ਹੈਲੋ एवरीवन। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਨੋਟਸ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੀ ਜੀ ਬਰੂਨਰ ਦੇ ਨਾਲ ਸੰਬੰਧਿਤ। ਇਸ ਤੋਂ ਪਹਿਲਾਂ ਵੀ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਹੈ ਮੈਂ ਅਪਲੋਡ ਕਰ ਚੁੱਕੀ ਹਾਂ ਜੀ। ਇਹ ਪੀਐਸ ਟੈਟ ਦੇ ਨੋਟਸ ਦੇ ਨਾਲ ਸੰਬੰਧਿਤ ਵੀਡੀਓਜ਼ ਹੈ ਜੀ। ਸੋ ਤੁਹਾਡੀ ਜ਼ਰੂਰ ਹੈਲਪ ਕਰਨੀ ਹੈ ਜੀ। ਤੁਹਾਡੇ ਪੀਐਸ ਟੈਟ ਦੇ ਐਗਜ਼ਾਮ ਦੇ ਲਈ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਜੋ ਕਿ ਨਹੀਂ ਅਫੋਰਡ ਕਰ ਸਕਦੇ ਜਿਹੜੇ ਆ ਬਹੁਤ, ਕਿਉਂਕਿ ਕੋਚਿੰਗ ਸੈਂਟਰਸ ਵਾਲੇ ਬਹੁਤ ਜ਼ਿਆਦਾ ਜਿਹੜੇ ਪੈਸੇ ਆ ਉਹ ਲੈ ਰਹੇ ਆ ਤੁਹਾਡੇ ਤੋਂ। ਸੋ ਤੁਹਾਡੀ ਮੈਂ ਹੈਲਪ ਕਰ ਸਕਾਂ ਇਸ ਦੇ ਲਈ ਮੈਂ ਤੁਹਾਡੇ ਨੋਟਸ ਆ ਤੁਹਾਡੇ ਲਈ ਜਿਹੜੇ ਅਪਲੋਡ ਕਰ ਰਹੀ ਹਾਂ। ਸੋ ਹਰ ਇੱਕ ਵੀਡੀਓ ਸੋ ਜ਼ਰੂਰ ਤੁਹਾਡੀ ਹੈਲਪ ਹੋਵੇ ਜੀ ਇਸ ਵੀਡੀਓ ਦੇ ਨਾਲ। ਸੋ ਜਿੰਨਾ ਵੀ ਕਰ ਸਕਦੀ ਹਾਂ ਜੀ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਰਹੀ ਹਾਂ ਜੀ ਨੋਟਸ। ਇਹ CDP ਦੇ ਨਾਲ ਸੰਬੰਧਿਤ ਨੋਟਸ ਹੈ ਜੀ। ਇਹ ਚੈਪਟਰ 5th ਹੈ ਜੀ, ਜਿੰਦੇ ਵਿੱਚ ਜਿਹੜਾ ਹੈ ਵਾਈਗੋਸਕੀ ਹੈ ਜੀ, ਜੀਨ ਪਿਆਜੇ ਆ, ਕੋਹਲਬਰਗ ਹੈ, ਤਾਂ ਉਹਦੇ ਨਾਲ ਹੀ ਸੰਬੰਧਿਤ ਹੈ ਜੀ ਬਰੂਨਰ। ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੀ। ਇਹਨੇ ਆਪਣੀ ਲਰਨਿੰਗ ਜਿਹੜੀ ਥਿਊਰੀ ਦਿੱਤੀ ਸੀਗੀ, ਇਹਦੇ ਵਿੱਚੋਂ ਵੀ ਜਿਹੜੇ ਕੁਐਸਚਨ ਹੈ ਉਹ ਪੁੱਛ ਲਏ ਜਾਂਦੇ ਨੇ। ਸੋ ਜਿਹੜੇ ਵੀ ਸਟੂਡੈਂਟਸ ਨਵੇਂ ਆ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਜਿਹੜਾ ਇਹ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਮੇਰੀਆਂ ਵੀਡੀਓਜ਼ ਹੈ ਉਹ ਤੁਹਾਡੇ ਤੱਕ ਪਹੁੰਚ ਸਕਣ। ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਜੀ ਤੁਹਾਨੂੰ ਵੀਡੀਓਜ਼ ਕਿੱਦਾਂ ਦੀਆਂ ਲੱਗੀਆਂ ਨੇ। ਸੋ ਮੈਨੂੰ ਮੋਟੀਵੇਸ਼ਨ ਮਿਲਦਾ ਹੈ। ਅਤੇ ਜੇਕਰ ਕੋਈ ਸੁਜੈਕਸ਼ਨ ਹੈ, ਸੋ ਕੁਛ ਸੁਝਾਅ ਦੇਣਾ ਚਾਹੁੰਦੀ ਹਾਂ ਤਾਂ ਉਹ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਸੋ ਆਪਾਂ ਬਰੂਨਰ ਦੇ ਬਾਰੇ ਦੇ ਵਿੱਚ ਪੜ੍ਹਾਂਗੇ। ਸੋ ਬਰੂਨਰ ਦੀ ਲਰਨਿੰਗ ਥਿਊਰੀ ਹੈ ਜੀ। ਇਸ ਥਿਊਰੀ ਵਿੱਚ ਬਰੂਨਰ ਨੇ ਆਪਣੇ ਕੁਝ ਆਈਡੀਆਜ਼ ਅਤੇ ਵਿਚਾਰ ਦਿੱਤੇ ਸੀ। ਇਸ ਥਿਊਰੀ ਦੇ ਵਿੱਚ ਲਰਨਿੰਗ ਥਿਊਰੀ ਦੇ ਵਿੱਚ ਸੋ ਸਿੱਖਣ ਨੂੰ ਲੈ ਕੇ ਜੋ ਥਿਊਰੀ ਉਹਨੇ ਦਿੱਤੀ ਹੈ, ਸੋ ਇਹਦੇ ਵਿੱਚ ਜੋ ਇੰਪੋਰਟੈਂਟ ਹੈਗਾ ਜੀ ਉਹ ਹੈਗਾ ਜੀ ਐਕਟਿਵਿਜ਼ਮ ਦੀ ਗੱਲ ਕੀਤੀ ਹੈ ਬਰੂਨਰ ਨੇ। ਬਰੂਨਰ ਇਹ ਸੋਚਦਾ ਹੈ ਕਿ ਬੱਚਾ ਆਪਣੇ ਗਿਆਨ ਦਾ ਨਿਰਮਾਣ ਕਿਰਿਆਸ਼ੀਲ ਹੋ ਕੇ ਕਰਦਾ ਹੈ। ਸੋ ਬੱਚਾ ਜਦੋਂ ਐਕਟਿਵ ਹੁੰਦਾ ਹੈ ਤਾਂ ਉਦੋਂ ਕੁਝ ਜਿਹੜਾ ਸਿੱਖਦਾ ਹੈ, ਠੀਕ ਹੈ, ਆਪਣੇ ਗਿਆਨ ਦੇ ਨਾਲ, ਆਪਣੀ ਸੋਚ ਦੇ ਨਾਲ ਹੀ ਉਹ ਜਿਹੜਾ ਗਿਆਨ ਦਾ ਨਿਰਮਾਣ ਹੈ ਉਹ ਕਰਦਾ ਹੈ। ਸੋ ਬਰੂਨਰ ਇਹ ਸੋਚਦਾ ਕਿ ਬੱਚਾ ਆਪਣੇ ਗਿਆਨ ਦਾ ਨਿਰਮਾਣ ਕਿਰਿਆਸ਼ੀਲ ਹੋ ਕੇ ਕਰਦਾ ਹੈ। ਸੋ ਐਕਟਿਵਿਜ਼ਮ ਜਿਹੜਾ ਸ਼ਬਦ ਹੈ ਉਹ ਬਰੂਨਰ ਨੇ ਆਪਣੇ ਜਿਹੜੀ ਥਿਊਰੀ ਦੇ ਵਿੱਚ ਵਰਤਿਆ ਜੀ। ਬਰੂਨਰ ਇਹ ਸੋਚਦਾ ਹੈ ਕਿ ਬੱਚਾ ਆਪਣੇ ਗਿਆਨ ਦਾ ਨਿਰਮਾਣ ਕਿਰਿਆਸ਼ੀਲ ਹੋ ਕੇ ਕਰਦਾ ਹੈ। ਸੋ ਐਕਟਿਵਿਜ਼ਮ ਹੋ ਕੇ ਆਪਣੇ ਜਿਹੜਾ ਗਿਆਨ ਦਾ ਜਿਹੜਾ ਨਿਰਮਾਣ ਹੈ ਬੱਚਾ ਕਰ ਪਾਉਂਦਾ ਹੈ ਆਪਣੀ ਨੌਲੇਜ ਦੇ ਨਾਲ, ਆਪਣੀ ਪ੍ਰੀਵੀਅਸ ਨੌਲੇਜ ਦੇ ਨਾਲ। ਨੈਕਸਟ ਹੈਗਾ ਜੀ ਡਿਸਕਵਰੀ ਲਰਨਿੰਗ ਹੈ ਕਿ ਬੱਚਾ ਖੋਜ ਕਰਕੇ ਚੀਜ਼ਾਂ ਨੂੰ ਸਿੱਖਦਾ ਹੈ। ਜਦੋਂ ਵੀ ਬੱਚਾ ਕੁਝ ਵੀ ਸਿੱਖਦਾ ਹੈ ਤਾਂ ਉਹ ਖੋਜ ਕਰਕੇ ਸਿੱਖਦਾ ਹੈ। ਸੋ ਤੁਸੀਂ ਦੇਖਦੇ ਹੋ ਕਿ ਜਿਹੜੇ ਬੱਚੇ ਆ ਉਹ ਕੋਈ ਵੀ ਜਿਹੜੀ ਚੀਜ਼ ਆ ਉਹਨੂੰ ਜਿਹੜਾ ਤੋੜ ਭੰਨ ਕਰਕੇ ਜਿਹੜੇ ਵੀ ਦੇਖਦੇ ਨੇ, ਹੈ ਨਾ, ਕੋਈ ਵੀ ਖਿਡੌਣਾ ਦਿੰਦੀਆਂ ਤਾਂ ਉਹਦੀ ਜਿਹੜੀ ਆ ਤੋੜ ਭੰਨ ਕਰਨੀ ਹੁੰਦੀ ਜਿਹੜੀ ਸਟਾਰਟ ਆ ਉਹ ਕਰ ਦਿੰਦੇ ਨੇ, ਉਹਨਾਂ ਨੂੰ ਤੋੜ ਮਰੋੜ ਕੇ ਦੇਦੇ। ਸੋ ਡਿਸਕਵਰੀ ਲਰਨਿੰਗ ਹੈ ਕਿ ਬੱਚਾ ਖੋਜ ਕਰਕੇ ਚੀਜ਼ਾਂ ਨੂੰ ਵੀ ਸਿੱਖਦਾ ਹੈ। ਸੋ ਡਿਸਕਵਰੀ ਲਰਨਿੰਗ ਵੀ ਸ਼ਬਦ ਵਰਤਿਆ ਜੀ ਬਰੂਨਰ ਨੇ, ਅਤੇ ਐਕਟਿਵਿਜ਼ਮ ਹੀ। ਸੋ ਬੱਚਾ ਹਮੇਸ਼ਾ ਕਿਰਿਆਸ਼ੀਲ ਹੋ ਕੇ ਸਿੱਖਦਾ ਹੈ। ਸੋ ਨੈਕਸਟ ਹੈਗਾ ਜੀ ਇੰਟੇਟਿਵ ਲਰਨਿੰਗ ਦੇ ਵਿੱਚ ਆ ਗਿਆ ਜੀ ਬੱਚਾ ਖੁਦ ਐਕਟਿਵ ਹੋ ਕੇ ਆਪਣੇ ਗਿਆਨ ਦਾ ਨਿਰਮਾਣ ਕਰਦਾ ਆਪਣੇ ਦਿਮਾਗ ਦੇ ਨਾਲ। ਸੋ ਜਿਹੜੀ ਵੀ ਪ੍ਰੀਵੀਅਸ ਨੌਲੇਜ ਹੈ ਜੀ ਉਹਦੇ ਬੇਸ 'ਤੇ ਬੱਚਾ ਖੁਦ ਐਕਟਿਵ ਹੋ ਕੇ ਵੀ ਆਪਣੇ ਜਿਹੜਾ ਗਿਆਨ ਦਾ ਨਿਰਮਾਣ ਉਹ ਕਰਦਾ ਹੈ। ਸੋ 3 ਚੀਜ਼ਾਂ ਜੀ, ਐਕਟਿਵਿਜ਼ਮ ਕਿਰਿਆਸ਼ੀਲ ਹੋ ਕੇ ਬੱਚਾ ਸਿੱਖਦਾ ਹੈ ਜੀ, ਡਿਸਕਵਰੀ ਲਰਨਿੰਗ ਖੋਜ ਕਰਕੇ ਸਿੱਖਦਾ ਹੈ, ਇੰਟੀਵੇਟਿਵ ਲਰਨਿੰਗ ਇਹਦੇ ਵਿੱਚ ਪ੍ਰੀਵੀਅਸ ਨੌਲੇਜ ਦੇ ਰਾਹੀਂ ਤੇ ਐਕਟਿਵ ਹੋ ਕੇ ਆਪਣਾ ਜਿਹੜਾ ਗਿਆਨ ਹੈ ਉਹ ਨਵਾਂ ਗਿਆਨ ਹੈ ਉਹ ਹਾਸਲ ਕਰਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਾਈਂਡ ਦੇ ਨਾਲ। ਸੋ ਐਕਟਿਵਿਜ਼ਮ, ਡਿਸਕਵਰੀ ਲਰਨਿੰਗ ਅਤੇ ਇੰਟੀਵੇਟਿਵ ਲਰਨਿੰਗ। ਸੋ ਬਰੂਨਰ ਨੇ ਆਪਣੀ ਇਸ ਲਰਨਿੰਗ ਥਿਊਰੀ ਦੇ ਵਿੱਚ, ਜੇਕਰ ਬਰੂਨਰ ਦੀ ਆਪਾਂ ਲਰਨਿੰਗ ਥਿਊਰੀ ਦੀ ਗੱਲ ਕਰੀਏ ਤਾਂ ਉਹਨੇ ਜਿਹੜੀਆਂ 3 ਅਵਸਥਾ ਦੱਸੀਆਂ ਜੀ ਆਪਣੀ ਜਿਹੜੀ ਲਰਨਿੰਗ ਥਿਊਰੀ ਦੀਆਂ। ਸੋ ਇਹਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਬਰੂਨਰ ਦੀ ਲਰਨਿੰਗ ਥਿਊਰੀ ਦੇ ਬਾਰੇ ਵਿੱਚ 3 ਅਵਸਥਾਵਾਂ ਜੀ। ਫਸਟ ਹੈਗੀ ਹੈ ਜੀ ਐਨ ਐਕਟਿਵ ਰੀਪ੍ਰੈਜ਼ੈਂਟੇਸ਼ਨ ਸਟੇਜ ਹੈ ਜੀ। ਇਹ ਜਿਹੜੀ ਸਟੇਜ ਹੈ ਜਨਮ ਤੋਂ ਲੈ ਕੇ 3 ਸਾਲ ਤੱਕ ਹੁੰਦੀ ਹੈ, ਬਰਥ ਟੂ 3 ਈਅਰਸ, ਠੀਕ ਹੈ, ਇਨਐਕਟਿਵ ਰੀਪ੍ਰੈਜ਼ੈਂਟੇਸ਼ਨ ਸਟੇਜ, ਠੀਕ ਹੈ। ਇਸ ਵਿੱਚ ਬੱਚਾ ਸਰੀਰਕ ਕਿਰਿਆਵਾਂ ਕਰਕੇ ਸਿੱਖ ਰਿਹਾ ਹੈ। ਸੋ ਬੱਚਾ ਜਿਹੜਾ ਛੋਟਾ ਹੈ ਜੀ, ਬਰਥ ਤੋਂ ਲੈ ਕੇ 3 ਸਾਲ ਦਾ ਜਿਹੜਾ ਬੱਚਾ ਹੈ ਉਹ ਕਿਵੇਂ ਸਿੱਖੇਗਾ, ਠੀਕ ਹੈ, ਉਹ ਕਿਵੇਂ ਸਿੱਖੇਗਾ, ਬੱਚਾ ਆਪਣੀਆਂ ਸਰੀਰਕ ਕਿਰਿਆਵਾਂ ਕਰਕੇ ਸਿੱਖੇਗਾ। ਸੋ ਬੱਚਾ ਇੱਥੇ ਜਿਹੜਾ ਆਪਣੀਆਂ ਸਰੀਰਕ ਕਿਰਿਆਵਾਂ ਕਰਕੇ ਸਿੱਖ ਰਿਹਾ ਹੈ। ਇਸ ਅਵਸਥਾ ਨੂੰ ਐਕਟਿਵ ਬੇਸਡ ਸਟੇਜ ਵੀ ਕਿਹਾ ਜਾਂਦਾ ਹੈ। ਸੋ ਐਕਟਿਵ ਨਹੀਂ,
ਐਕਸ਼ਨ ਬੇਸਡ ਸਟੇਜ ਵੀ ਕਿਹਾ ਜਾਂਦਾ ਕਿ ਬੱਚਾ ਸਰੀਰਕ ਕਿਰਿਆਵਾਂ ਕਰਾ ਕੇ ਸਿੱਖਦਾ ਹੈ। ਬੱਚਾ ਇਸ ਵਿੱਚ ਕੰਕਰੀਟ ਮੂਰਤ ਮਟੀਰੀਅਲ ਦੁਆਰਾ ਸਿੱਖਦਾ ਹੈ, ਟੱਚ ਫੀਲ ਕਰਕੇ ਜੋ ਚੀਜ਼ਾਂ ਦਿਸਦੀਆਂ ਹਨ ਉਹਨਾਂ ਨਾਲ ਉਹ ਸਿੱਖਦਾ ਹੈ, ਐਕਟਿਵ ਫਿਜ਼ੀਕਲ ਐਕਸ਼ਨ ਦੁਆਰਾ ਸਿੱਖਦਾ ਹੈ। ਸੋ ਬੇਸਿਕਲੀ ਇੱਥੇ ਬੱਚਾ ਜਿਹੜਾ ਬਹੁਤ ਛੋਟਾ, ਸੋ ਛੋਟੇ ਬੱਚੇ ਤੁਸੀਂ ਦੇਖਦੇ ਹੀ ਹੋ ਆਪਣੇ ਹੱਥ ਪੈਰ ਜਿਹੜੇ ਹਿਲਾਉਂਦੇ ਨੇ, ਸੋ ਸਰੀਰਕ ਕਿਰਿਆਵਾਂ ਕਰਕੇ ਕਦੀ ਇੱਧਰ ਨੂੰ ਮੁੜਦੇ ਆ, ਕਦੀ ਉੱਧਰ ਮੁੜਦੇ ਆ, ਹੈ ਨਾ। ਤਾਂ ਮਤਲਬ ਹੌਲੀ ਹੌਲੀ ਕਰਕੇ ਬੱਚਾ ਜਿਹੜਾ ਸਰੀਰਕ ਕਿਰਿਆਵਾਂ ਦੇ ਨਾਲ ਸਿੱਖਦਾ ਹੈ, ਐਕਸ਼ਨ ਬੇਸਡ ਸਟੇਜ ਕਰਕੇ। ਸੋ ਬੱਚਾ ਐਕਸ਼ਨ ਹੀ ਕਰਦਾ ਨਾ, ਹੋਰ ਤਾਂ ਉਹਦੇ ਵਿੱਚ ਜ਼ਿਆਦਾ ਤਾਂ ਹੁੰਦਾ ਨਹੀਂ ਹੁੰਦਾਗਾ, ਕਿਉਂਕਿ ਉਹਦੇ ਜੇ ਡਿਵੈਲਪਮੈਂਟ ਨਹੀਂ ਹੁੰਦੀ। ਸੋ ਐਕਸ਼ਨ ਬੇਸਡ ਸਟੇਜ ਵੀ ਇਹਨੂੰ ਕਿਹਾ ਜਾਂਦਾ। ਅਤੇ ਬੱਚਿਆਂ ਨੂੰ ਜਿਹੜਾ ਕੋਈ ਖਿਡੌਣੇ ਦੇ ਦਿੱਤੇ ਜਾਂਦੇ ਆ ਤਾਂ ਉਹਨਾਂ ਜਿਹੜੇ ਮਟੀਰੀਅਲਸ ਹੁੰਦੇ ਆ ਉਹ ਕੰਕਰੀਟ ਮਟੀਰੀਅਲ ਲਗਾ ਲਓ, ਮੂਰਤ ਜਿਹੜੀਆਂ ਚੀਜ਼ਾਂ ਨੇ, ਸੋ ਉਹਨਾਂ ਨੂੰ ਟੱਚ ਕਰਦਾ, ਉਹਨਾਂ ਨੂੰ ਫੜਦਾ, ਉਹਨਾਂ ਨੂੰ ਫੀਲ ਕਰਦਾ। ਸੋ ਜੋ ਵੀ ਚੀਜ਼ਾਂ ਉਹਨੂੰ ਦਿਸਦੀਆਂ ਨੇ, ਸੋ ਉਹਨਾਂ ਚੀਜ਼ਾਂ ਦੇ ਰਾਹੀਂ ਇੱਕ ਜਿਹੜਾ ਬੱਚਾ ਸਿੱਖਦਾ ਜੋ ਜਨਮ ਤੋਂ ਲੈ ਕੇ 3 ਸਾਲ ਦਾ ਹੋਵੇਗਾ। ਐਨ ਐਕਟਿਵ ਰਿਪਰੈਜ਼ੈਂਟੇਸ਼ਨ ਸਟੇਜ ਇਹਨੂੰ ਕਹਿ ਦਿੱਤਾ ਜਾਂਦਾ। ਐਕਟਿਵ ਫਿਜ਼ੀਕਲੀ ਐਕਸ਼ਨ ਦੇ ਦੁਆਰਾ ਜਿਹੜਾ ਬੱਚਾ ਸਿੱਖਦਾ ਹੈ। ਸੋ ਇਹ ਫਸਟ ਸੀਗੀ ਜੀ ਸਟੇਜ ਜਿਹੜੀ ਬਰੂਨਰ ਦੀ ਹੈ ਜੀ, ਲਰਨਿੰਗ ਥਿਊਰੀ ਦੀ ਹੈ। ਸੈਕਿੰਡ ਹੈਗੀ ਹੈ ਜੀ ਆਈਕੋਨਿਕ ਰੀਪ੍ਰੈਜ਼ੈਂਟੇਸ਼ਨ ਸਟੇਜ। ਸੋ ਆਈਕੋਨਿਕ ਰੀਪ੍ਰੈਜ਼ੈਂਟੇਸ਼ਨ ਸਟੇਜ ਦੇ ਵਿੱਚ ਕੀ ਹੈ, ਇਹਦੇ ਵਿੱਚ ਜਿਹੜੇ ਬੱਚੇ ਆ ਉਹ 3 ਤੋਂ 7 ਸਾਲਾਂ ਦੇ ਜਿਹੜੇ ਬੱਚੇ ਆ, 3 ਤੋਂ ਲੈ ਕੇ 7 ਸਾਲ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਇਸ ਵਿੱਚ ਸ਼ਾਮਲ ਹੁੰਦੇ ਨੇ ਆਈਕੋਨਿਕ ਰੀਪ੍ਰੈਜ਼ੈਂਟੇਸ਼ਨ ਸਟੇਜ ਦੇ ਵਿੱਚ, ਠੀਕ ਹੈ। ਆਈਕੋਨਿਕ ਰੀਪ੍ਰੈਜ਼ੈਂਟੇਸ਼ਨ ਜਿਹੜੀ ਸਟੇਜ ਦੇ ਵਿੱਚ 3 ਤੋਂ 7 ਸਾਲ ਦੇ ਬੱਚੇ ਸ਼ਾਮਲ ਹੁੰਦੇ ਨੇ। ਸੋ ਐਨ ਐਕਟਿਵ ਰਿਪਰੈਜ਼ੈਂਟੇਸ਼ਨ ਸਟੇਜ ਦੇ ਵਿੱਚ ਜਿਹੜਾ ਸੀ ਜਨਮ ਤੋਂ 3 ਸਾਲ ਦੇ ਬੱਚੇ ਸ਼ਾਮਲ ਸੀ। ਆਈਕੋਨਿਕ ਰਿਪਰੈਜ਼ੈਂਟੇਸ਼ਨ ਸਟੇਜ ਦੇ ਵਿੱਚ 3 ਤੋਂ ਲੈ ਕੇ 7 ਸਾਲ ਦੇ ਜਿਹੜੇ ਬੱਚੇ ਆ ਉਹ ਸ਼ਾਮਲ ਹੁੰਦੇ ਨੇ। ਇਸ ਅਵਸਥਾ ਵਿੱਚ ਬੱਚਾ ਜਿਹੜਾ ਤਸਵੀਰਾਂ ਵਿੱਚੋਂ ਸਿੱਖਦਾ ਹੈ, ਦੇਖ ਕੇ ਸਿੱਖਦਾ ਹੈ। ਇਹ ਤਸਵੀਰਾਂ ਦੁਆਰਾ ਸਿੱਖਣ 'ਤੇ ਨਿਰਭਰ ਹੈ। ਤਸਵੀਰਾਂ ਰਾਹੀਂ ਕੋਗਨੇਟਿਵ ਜਿਹੜੀ ਡਿਵੈਲਪਮੈਂਟ ਹੈ ਹੁੰਦੀ ਹੈ। ਜਿੰਨਾ ਵੀ ਗਿਆਨਾਤਮਕ ਵਿਕਾਸ ਹੁੰਦਾ ਹੈ ਉਹ ਜਿਹੜਾ ਹੈ ਤਸਵੀਰਾਂ ਦੇ ਰਾਹੀਂ ਹੁੰਦਾ। ਸੋ ਬੱਚੇ ਨੂੰ ਬੁੱਕ ਲੈ ਕੇ ਦਿੱਤੀ ਜਾਂਦੀ ਹੈ ਨਾ, ਜਦੋਂ ਬੱਚਾ ਪੜ੍ਹਨ ਲੱਗਦਾ ਤਾਂ A to Z ਤੁਸੀਂ ਦੇਖਦੇ ਹੋ ਪਿਕਚਰਾਂ ਬਣੀਆਂ ਹੁੰਦੀਆਂ ਨੇ। ਬੱਚੇ ਨੂੰ ਉਂਝ ਦਾ ਨਹੀਂ ਪਤਾ ਹੁੰਦਾ, ਬੱਚੇ ਨੂੰ ਪਿਕਚਰਾਂ ਤੋਂ ਪਤਾ ਲੱਗ ਜਾਂਦਾ ਕਿ ਇਹ ਸੇਬ ਹੈ ਨਾ, ਇਹ ਕਾਰ ਹੈ, ਕਾਈਟ ਹੈ ਨਾ, ਮੈਂਗੋ ਹੈ। ਸੋ ਇੱਦਾਂ ਮਤਲਬ ਕਿ ਉਹ ਤਸਵੀਰਾਂ ਤੋਂ ਜਿਹੜਾ ਬੱਚਾ ਹੈ ਉਹ ਸਿੱਖਣਾ ਜਿਹੜਾ ਸਟਾਰਟ ਹੈ ਉਹ ਕਰਦਾ। 3 ਸਾਲ ਦਾ ਜੋ ਛੋਟਾ ਬੱਚਾ ਹੁੰਦਾ ਸੋ ਤਸਵੀਰਾਂ ਤੋਂ ਸਿੱਖਣਾ ਜਿਹੜਾ ਸਟਾਰਟ ਹੈ ਉਹ ਕਰਦਾ ਹੈ। ਇਸ ਅਵਸਥਾ ਵਿੱਚ ਬੱਚਾ ਜਿਹੜਾ ਤਸਵੀਰਾਂ ਵਿੱਚੋਂ ਸਿੱਖਦਾ, ਦੇਖ ਕੇ ਸਿੱਖਦਾ ਹੈ। ਤਸਵੀਰਾਂ ਦੁਆਰਾ ਜਿਹੜਾ ਸਿੱਖਣ 'ਤੇ ਨਿਰਭਰ ਹੈ ਜੀ ਇਹ ਸਟੇਜ ਆਈਕੋਨਿਕ ਰੀਪ੍ਰੈਜ਼ੈਂਟੇਸ਼ਨ ਸਟੇਜ, ਠੀਕ ਹੈ। ਤਸਵੀਰਾਂ ਰਾਹੀਂ ਉਹਦੀ ਜਿਹੜੀ ਕੋਗਨੇਟਿਵ ਜਿਹੜੀ ਡਿਵੈਲਪਮੈਂਟ ਹੈ, ਗਿਆਨਾਤਮਕ ਡਿਵੈਲਪਮੈਂਟ ਹੈ ਉਹ ਹੁੰਦੀ ਹੈ। ਨੈਕਸਟ ਆ ਗਈ ਜੀ ਸੈਂਬੋਲਿਕ ਰਿਪਰੈਜ਼ੈਂਟੇਸ਼ਨ ਸਟੇਜ। ਸੋ ਸੈਂਬਲ ਦੇ ਰਾਹੀਂ ਜਿਹੜਾ ਬੱਚਾ ਸਿੱਖਦਾ ਹੈ। ਇਸ ਅਵਸਥਾ ਵਿੱਚ 8 ਸਾਲ ਤੋਂ ਉੱਪਰ ਵਾਲੇ ਜਿਹੜੇ ਬੱਚੇ ਆ ਉਹ ਸ਼ਾਮਲ ਹੁੰਦੇ ਨੇ। ਇਸ ਅਵਸਥਾ ਵਿੱਚ ਬੱਚੇ ਦੀ ਭਾਸ਼ਾ ਦਾ ਜਿਹੜਾ ਵਿਕਾਸ ਉਹ ਹੋ ਜਾਂਦਾ ਹੈ। ਬੱਚਾ ਚਿੰਨ੍ਹਾਂ ਭਾਸ਼ਾਵਾਂ ਦੁਆਰਾ ਜਿਹੜਾ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਸੋ ਲੈਂਗੁਏਜ ਬੇਸਡ ਹੈ ਜੀ, ਸੈਂਬਲ ਬੇਸਡ ਰਾਹੀਂ ਜਿਹੜਾ ਬੱਚਾ ਸਿੱਖਦਾ ਹੈ। ਬੱਚਾ ਆਪਣੇ ਵਿਚਾਰ ਭਾਸ਼ਾ ਦੇ ਮਾਧਿਅਮ ਰਾਹੀਂ ਪੇਸ਼ ਕਰਦਾ ਹੈ। ਸੋ ਇੱਥੇ ਆ ਕੇ ਜਿਹੜੇ ਬੱਚੇ ਆ ਉਹ ਵੱਡੇ ਹੋ ਜਾਂਦੇ ਨੇ। 8 ਸਾਲ ਤੋਂ ਉੱਪਰ ਵਾਲੇ ਜਿਹੜੇ ਬੱਚੇ ਇਹਦੇ ਵਿੱਚ ਜਿਹੜੇ ਸ਼ਾਮਲ ਕਰ ਲਏ ਜਾਂਦੇ। ਹੁਣ ਇੱਥੇ ਆਣ ਕੇ ਜਿਹੜੀ ਬੱਚੇ ਦੀ ਭਾਸ਼ਾ ਦਾ ਜਿਹੜਾ ਪੂਰਾ ਜਿਹੜਾ ਵਿਕਾਸ ਹੋ ਜਾਂਦਾ ਹੈ। ਬੱਚਾ ਜਿਹੜਾ ਹੈ ਹੁਣ ਇੱਥੇ ਆਣ ਕੇ ਚਿੰਨ੍ਹਾਂ ਦੇ ਰਾਹੀਂ, ਭਾਸ਼ਾਵਾਂ ਦੇ ਰਾਹੀਂ ਜਿਹੜਾ ਸਿੱਖਣਾ ਹੈ ਉਹ ਸ਼ੁਰੂ ਕਰ ਜਾਂਦਾ ਹੈ, ਠੀਕ ਹੈ। ਬੱਚੇ ਦੀ ਭਾਸ਼ਾ ਦਾ ਵਿਕਾਸ ਹੋ ਜਾਂਦਾ ਕਿ ਹੁਣ ਉਹ ਚਿੰਨ੍ਹਾਂ ਦੇ ਰਾਹੀਂ, ਠੀਕ ਹੈ, ਭਾਸ਼ਾਵਾਂ ਦੁਆਰਾ ਜਿਹੜਾ ਸਿੱਖਣਾ ਹੈ ਉਹ ਸ਼ੁਰੂ ਕਰ ਦਿੰਦਾ ਹੈ। ਸੋ ਲੈਂਗੁਏਜ ਬੇਸਡ ਹੈ, ਸੈਂਬਲ ਬੇਸਡ ਰਾਹੀਂ ਉਹ ਜਿਹੜਾ ਬੱਚਾ ਸਿੱਖਣਾ ਸਟਾਰਟ ਕਰ ਦਿੰਦਾ ਹੈ, ਠੀਕ ਹੈ। ਬੱਚਾ ਆਪਣੇ ਵਿਚਾਰ ਭਾਸ਼ਾ ਦੇ ਮਾਧਿਅਮ ਰਾਹੀਂ ਜਿਹੜਾ ਪੇਸ਼ ਹੈ ਉਹ ਕਰਦਾ। ਸਭ ਤੋਂ ਪਹਿਲਾਂ ਕੀ ਸੀਗਾ, ਐਨ ਐਕਟਿਵ ਰਿਪਰੈਜ਼ੈਂਟ ਸਟੇਜ ਹੈ ਕਿ ਬੱਚਾ ਸਰੀਰਕ ਕਿਰਿਆਵਾਂ ਕਰਕੇ ਸਿੱਖਦਾ ਹੈ। ਉਹ ਜਿਹੜਾ ਇਹ ਫੀਲ ਕਰਕੇ ਜਾਂ ਟੱਚ ਕਰਕੇ ਜਿਹੜੀਆਂ ਚੀਜ਼ਾਂ ਸਿੱਖਦਾ ਹੈ। ਉਸ ਤੋਂ ਬਾਅਦ ਲਾ ਲਓ ਆਈਕੋਨਿਕ ਰਿਪਰੈਜ਼ੈਂਟ ਸਟੇਜ ਦੇ ਵਿੱਚ ਬੱਚਾ ਜਿਹੜਾ ਤਸਵੀਰਾਂ ਤੋਂ ਸਿੱਖਦਾ ਹੈ ਨਾ। ਉਸ ਤੋਂ ਬਾਅਦ ਬੱਚਾ ਜਿਹੜਾ ਹੋਰ ਵੱਡਾ ਹੋ ਜਾਂਦਾ 8 ਸਾਲ ਤੋਂ ਬਾਅਦ ਵਾਲਾ, ਅਤੇ ਉਹ ਸੈਂਬਲਸ ਦੇ ਰਾਹੀਂ ਸਿੱਖਦਾ ਹੈ, ਠੀਕ ਹੈ। ਸੰਕੇਤਾਂ ਚਿੰਨ੍ਹਾਂ ਦੇ ਰਾਹੀਂ, ਭਾਸ਼ਾਵਾਂ ਦੇ ਰਾਹੀਂ ਜਿਹੜਾ ਉਹ ਸਿੱਖਣਾ ਜਿਹੜਾ ਸ਼ੁਰੂ ਕਰ ਦਿੰਦਾ। ਸੋ ਚਿੰਨ੍ਹਾਂ ਭਾਸ਼ਾਵਾਂ ਦੇ ਰਾਹੀਂ ਬੱਚਾ ਸਿੱਖਣਾ ਸ਼ੁਰੂ ਕਰ ਦਿੰਦਾ ਸੈਂਬਲ ਰਿਪਰੈਜ਼ੈਂਟ ਸਟੇਜ ਦੇ ਵਿੱਚ। ਇੱਥੇ ਆਣ ਕੇ ਬੱਚਾ ਆਪਣੇ ਜਿਹੜੇ ਵਿਚਾਰ ਹੈ ਉਹ ਵੀ ਜਿਹੜੇ ਸਾਹਮਣੇ ਜਿਹੜੇ ਰੱਖਣ ਹੈ ਉਹ ਲੱਗ ਜਾਂਦਾ ਹੈ। ਸੋ ਬੱਚਾ ਆਪਣੇ ਵਿਚਾਰ ਭਾਸ਼ਾ ਦੇ ਮਾਧਿਅਮ ਰਾਹੀਂ ਪੇਸ਼ ਕਰਦਾ ਹੈ। ਸੋ ਬਰੂਨਰ ਨੇ ਸਕੈਫੋਲਡਿੰਗ ਐਂਡ ਕੰਸਟਰਕਟਿਵਿਜ਼ਮ 'ਤੇ ਵੀ ਜ਼ਿਆਦਾ ਜਿਹੜਾ ਜ਼ੋਰ ਦਿੱਤਾ ਸੀਗਾ। ਸੋ ਇਹਨੇ ਵੀ ਜਿਹੜਾ ਸਕੈਫੋਲਡਿੰਗ ਦੀ ਗੱਲ ਕੀਤੀ ਹੈ ਬਰੂਨਰ ਨੇ ਵੀ, ਅਤੇ ਕੰਸਟਰਕਟਿਵਿਜ਼ਮ 'ਤੇ ਵੀ ਜ਼ਿਆਦਾ ਜ਼ੋਰ ਆ ਬਰੂਨਰ ਨੇ ਦਿੱਤਾ ਸੀਗਾ। ਸੋ ਸਕੈਫੋਲਡਿੰਗ ਦੇ ਵਿੱਚ ਲਗਾ ਲਓ ਤੁਸੀਂ
ਸਕੈਫੋਲਡਿੰਗ ਆਪਾਂ ਪਿੱਛੇ ਵੀ ਪੜ੍ਹ ਕੇ ਆਏ ਆ। ਐਕਚੁਅਲ ਲੈਵਲ ਤੋਂ ਪੋਟੈਂਸ਼ੀਅਲ ਲੈਵਲ ਤੱਕ ਪਹੁੰਚਣ ਲਈ ਜੋ ਸਹਾਇਤਾ ਕੀਤੀ ਜਾਂਦੀ ਹੈ ਉਸ ਨੂੰ ਸਕੈਫੋਲਡਿੰਗ ਕਿਹਾ ਜਾਂਦਾ ਹੈ। ਬੱਚੇ ਦੇ ਕੁਰੀਕੁਲਮ ਪਾਠਕ੍ਰਮ ਵਿੱਚ ਇਹ ਸ਼ਾਮਲ ਹੋਣਾ ਚਾਹੀਦਾ। ਸੋ ਕਹਿੰਦਾ ਹੈ ਬਰੂਨਰ ਕਹਿੰਦਾ ਹੈ ਕਿ ਜਿਹੜੀ ਸਕੈਫੋਲਡਿੰਗ ਹੈ ਉਹਦੇ ਕੁਰੀਕੁਲਮਸ ਦੇ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ। ਸੋ ਜਿਹੜਾ ਸਿਖਾਇਆ ਜਾਣਾ ਚਾਹੀਦਾ ਬੱਚੇ ਨੂੰ ਐਕਚੁਅਲ ਲੈਵਲ ਤੋਂ ਪੋਟੈਂਸ਼ੀਅਲ ਲੈਵਲ ਤੱਕ ਪਹੁੰਚਣ ਦੇ ਵਿੱਚ ਜਿਹੜੀ ਸਹਾਇਤਾ ਜਿਹੜੀ ਕੀਤੀ ਜਾਂਦੀ ਹੈ। ਸੋ ਉਸ ਅਕੋਰਡਿੰਗ ਜਿਹੜਾ ਕੁਰੀਕੁਲਮ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਆ ਉਹ ਜਿਹੜੀਆਂ ਸ਼ਾਮਲ ਹੈ ਉਹ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਸਕੈਫੋਲਡਿੰਗ ਦੇ ਵਿੱਚ। ਸੋ ਸਪਾਇਰਲ ਕੁਰੀਕੁਲਮਸ ਬਾਰੇ ਵੀ ਜਿਹੜਾ ਬਰੂਨਰ ਨੇ ਕਿਹਾ ਹੈ ਕਿ ਸਪਾਇਰਲ ਕੁਰੀਕੁਲਮਸ ਬਾਰੇ ਵੀ ਬਰੂਨਰ ਨੇ ਜਿਹੜੀ ਗੱਲ ਕੀਤੀ ਹੈ ਉਹਦਾ ਅਨੁਸਾਰ ਹੈ ਕਿ ਬੱਚਾ ਆਪਣੇ ਪੁਰਾਣੇ ਗਿਆਨ ਦੀ ਸਹਾਇਤਾ ਨਾਲ ਜਿਹੜਾ ਅਗਲਾ ਗਿਆਨ ਹੈ ਉਹ ਹਾਸਲ ਕਰ ਪਾਉਂਦਾ ਹੈ। ਸੋ ਇਹ ਵੀ ਆਪਾਂ ਜਿਹੜੀ ਹੈ ਪਿਛਲੇ ਜੋ ਨੋਟਸ ਦੇ ਵਿੱਚ ਆਪਾਂ ਗੱਲ ਕੀਤੀ ਹੈ ਸਪਾਇਰਲ ਕੁਰੀਕੁਲਮਸ ਦੀ ਆਪਾਂ ਗੱਲ ਕਰਕੇ ਆਏ ਹਾਂ, ਪਿੱਛੇ ਸਪਾਇਰਲ ਦੀ ਆਪਾਂ ਗੱਲ ਕੀਤੀ ਹੈ। ਸੋ ਇੱਥੇ ਪਾਠਕ੍ਰਮ ਦੀ ਗੱਲ ਕੀਤੀ ਉਹੀ ਹੈ ਕਿ ਬੱਚੇ ਨੂੰ ਕੁਝ ਸਿਖਾਇਆ ਜਾਂਦਾ ਹੈ, ਫਿਰ ਉਹ ਜੋ ਉਹਨੇ ਸਿੱਖਿਆ ਹੁੰਦਾ ਸੋ ਉਸੇ ਨੌਲੇਜ ਦੇ ਨਾਲ ਹੀ ਉਹ ਅਗਲੀ ਨੌਲੇਜ ਹਾਸਲ ਕਰਦਾ ਹੈ। ਫਿਰ ਉਹ ਜਿਹੜੀ ਨੌਲੇਜ ਹਾਸਲ ਕਰ ਦਿੰਦਾ ਫਿਰ ਉਹ ਨੌਲੇਜ ਉਹਦੀ ਅਗਲੀ ਨੌਲੇਜ ਨਵੀਂ ਹੋਰ ਨੌਲੇਜ ਜਿਹੜੀ ਲੈਣ ਦੇ ਵਿੱਚ ਜਿਹੜੀ ਸਹਾਇਤਾ ਕਰਦੀ ਹੈ। ਸੋ ਜਿਹੜਾ ਸਪਾਇਰਲ ਜਿਹੜਾ ਕੁਰੀਕੁਲਮਸ ਹੋਣਾ ਚਾਹੀਦਾ ਹੈ। ਸੋ ਇਸੇ ਅਕੋਰਡਿੰਗਲੀ ਬੱਚੇ ਦਾ ਜਿਹੜਾ ਪਾਠਕ੍ਰਮ ਹੈ ਉਹ ਹੋਣਾ ਚਾਹੀਦਾ ਤਾਂ ਜੋ ਬੱਚਾ ਆਸਾਨੀ ਦੇ ਨਾਲ ਜਿਹੜਾ ਗਿਆਨ ਹੈ ਉਹ ਹਾਸਲ ਕਰ ਸਕੇ। ਸੋ ਕੁਰੀਕੁਲਮਸ ਇੱਦਾਂ ਦਾ ਹੋਣਾ ਚਾਹੀਦਾ ਕਿ ਬੇਸਿਕ ਤੋਂ ਲੈ ਕੇ ਬੱਚੇ ਨੂੰ ਸਟਾਰਟ ਕਰਵਾਇਆ ਜਾਣਾ ਚਾਹੀਦਾ, ਸੌਖੇ ਤਰੀਕੇ ਦੇ ਨਾਲ ਸਟਾਰਟ ਕਰਵਾਇਆ ਜਾਣਾ ਚਾਹੀਦਾ। ਹੌਲੀ ਹੌਲੀ ਜਿਹੜੀ ਉਹਨੂੰ ਜਿਹੜਾ ਲੈਵਲ ਜਿਹੜਾ ਗਿਆਨ ਦਾ ਜਾਂ ਨੌਲੇਜ ਦਾ ਲੈਵਲ ਹੈ ਉਹ ਵਧਾਉਣਾ ਚਾਹੀਦਾ। ਸੋ ਸਪਾਇਰਲ ਜਿਹੜਾ ਕੁਰੀਕੁਲਮਸ ਹੈ ਉਹ ਹੋਣਾ ਚਾਹੀਦਾ ਹੈ। ਸੋ ਬਰੂਨਰ ਨੇ ਜਿਹੜੀ ਹੈ ਪਿਆਜ਼ੇ ਦੀ ਜਿਹੜੀ ਆਲੋਚਨਾ ਕੀਤੀ ਸੀ, ਕਿਹੜੇ ਥਾਵਾਂ ਤੋਂ ਜਿਹੜੀ ਆਲੋਚਨਾ ਕੀਤੀ ਹੈ। ਸੋ ਬਰੂਨਰ ਨੇ ਕਿਹਾ ਕਿ ਵਿਕਾਸ ਜਿਹੜੀ ਹੈ ਲਗਾਤਾਰ ਹੋਣ ਵਾਲੀ ਪ੍ਰਕਿਰਿਆ, ਸਟੇਜਾਂ ਹੋਣ ਦੀ ਗੱਲ ਬਰੂਨਰ ਨੇ ਸਵੀਕਾਰ ਨਹੀਂ ਕੀਤੀ। ਸੋ ਬਰੂਨਰ ਕੀ ਕਹਿੰਦਾ ਕਿ ਜਿਹੜਾ ਵਿਕਾਸ ਹੈ ਉਹ ਲਗਾਤਾਰ ਜਿਹੜਾ ਚੱਲਣ ਵਾਲੀ ਪ੍ਰਕਿਰਿਆ ਇਹ ਲਗਾਤਾਰ ਹੀ ਹੁੰਦਾ ਰਹਿੰਦਾ ਹੈ, ਇਹਨੂੰ ਜਿਹੜਾ ਸਟੇਜਾਂ ਦੇ ਵਿੱਚ ਜਿਹੜਾ ਇਹ ਅਲੱਗ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਸੋ ਬਰੂਨਰ ਨੇ ਕਿਹਾ ਸੀਗਾ ਕਿ ਵਿਕਾਸ ਲਗਾਤਾਰ ਹੋਣ ਵਾਲੀ ਪ੍ਰਕਿਰਿਆ, ਸਟੇਜਾਂ ਹੋਣ ਦੀ ਜਿਹੜੀ ਗੱਲ ਜਿਹੜੀ ਬਰੂਨਰ ਨੇ ਜਿਹੜੀ ਸਵੀਕਾਰ ਹੈ ਉਹ ਨਹੀਂ ਕੀਤੀ। ਸੋ ਜਿਹੜੀਆਂ ਪਿਆਜ਼ੇ ਦੀਆਂ ਜਿਹੜੀਆਂ ਲਗਾ ਲਓ ਤੁਸੀਂ ਸਟੇਜਸ ਸੀ ਉਹਨਾਂ ਨੂੰ ਜਿਹੜਾ ਸਵੀਕਾਰ ਬਰੂਨਰ ਨੇ ਨਹੀਂ ਕੀਤਾ ਅਤੇ ਇਸ ਕਰਕੇ ਉਹਨਾਂ ਨੇ ਆਪਦੀ ਜਿਹੜੀ ਥਿਊਰੀ ਹੈ ਉਹ ਦਿੱਤੀ ਹੈ। ਸੋ ਬਰੂਨਰ ਦੀ ਥਿਊਰੀ ਨੂੰ ਜਿਹੜਾ ਇਲੈਕਟਿਕ ਜਿਹੜਾ ਥਿਊਰੀ ਵੀ ਜਿਹੜਾ ਕਿਹਾ ਜਾਂਦਾ ਕਿਉਂਕਿ ਇਹ ਪੂਰਾ ਸਿਧਾਂਤ ਕਈ ਸਿਧਾਂਤਾਂ ਦੇ ਮੇਲ ਤੋਂ ਬਣਿਆ ਹੈ। ਸੋ ਜਿਹੜੀ ਬਰੂਨਰ ਦੀ ਥਿਊਰੀ ਹੈ ਇਹਨੂੰ ਜਿਹੜਾ ਹੈ ਇਲੈਕਟਿਕ ਜਿਹੜੀ ਥਿਊਰੀ ਵੀ ਕਿਹਾ ਜਾਂਦਾ ਕਿਉਂਕਿ ਇਹਨੇ ਬਹੁਤ ਸਾਰੀ ਜਿਹੜੀ ਹੈ ਥਿੰਕਰਸ ਦੀ ਜਿਹੜੀ ਥਿਊਰੀਜ਼ ਹੈ ਉਹਨਾਂ ਸਭ ਨੂੰ ਮਿਲਾ ਕੇ ਆਪਦੀ ਜਿਹੜੀ ਇਹ ਥਿਊਰੀ ਹੈ ਉਹ ਦਿੱਤੀ ਹੈ। ਇਸ ਕਰਕੇ ਇਸ ਦੀ ਜਿਹੜੀ ਥਿਊਰੀ ਹੈ ਇਹਨੂੰ ਇਲੈਕਟਿਕ ਜਿਹੜੀ ਥਿਊਰੀ ਵੀ ਕਿਹਾ ਜਾਂਦਾ ਹੈ। ਸੋ ਇਹ ਬਰੂਨਰ ਦੀ ਜਿਹੜੀ ਹੈ ਥਿਊਰੀ ਸੀਗੀ। ਸੋ ਇਹਦੇ ਵਿੱਚ ਵੀ ਜਿਹੜੇ ਕੁਐਸਚਨ ਹੈ ਉਹ ਪੁੱਛ ਲਏ ਜਾਂਦੇ ਨੇ। ਸੋ ਬੇਸਿਕਲੀ ਇਹਦੇ ਵਿੱਚ ਜਿਹੜੀਆਂ ਨੇ ਤਿੰਨ ਜਿਹੜੀਆਂ ਚੀਜ਼ਾਂ ਨੇ ਉਹ ਹੈਗੀਆਂ ਨੇ। ਸੋ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ, ਫਸਟ ਹੈ ਕਿ ਬੱਚਾ ਜਿਹੜਾ ਹੈ ਸਰੀਰਕ ਕਿਰਿਆਵਾਂ ਦੇ ਨਹੀਂ ਸਿੱਖਦਾ, ਸੈਕਿੰਡ ਤਸਵੀਰਾਂ ਦੇ ਰਾਹੀਂ, ਥਰਡ ਜਿਹੜੀਆਂ ਉਹਦੇ 'ਚ ਜਿਹੜੀ ਭਾਸ਼ਾ ਦਾ ਜਿਹੜਾ ਵਿਕਾਸ ਹੈ ਉਹ ਹੋ ਜਾਂਦਾ। ਹੁਣ ਉਹ ਚਿੰਨ੍ਹਾਂ ਦੇ ਰਾਹੀਂ ਜਿਹੜਾ ਹੈ ਭਾਸ਼ਾ ਦੇ ਦੁਆਰਾ ਜਿਹੜਾ ਸਿੱਖਣਾ ਹੈ ਉਹ ਸਟਾਰਟ ਕਰ ਦਿੰਦਾ ਹੈ। ਸੋ ਸੈਂਬਲ ਆ ਜਾਂਦਾ ਜੀ ਥਰਡ 'ਤੇ, ਸੈਕਿੰਡ ਆਈਕੋਨਿਕ ਆ ਜਾਊਗਾ ਅਤੇ ਫਸਟ ਆ ਜਾਂਦਾ ਜੀ ਉਹ ਜਿਹੜਾ ਹੈ ਇਨਐਕਟਿਵ ਹੋ ਕੇ ਜਿਹੜਾ ਸਿੱਖਦਾ ਹੈ ਨਾ। ਸੋ ਇਨਐਕਟਿਵ ਰਿਪਰੈਜ਼ੈਂਟੇਸ਼ਨ ਸਟੇਜ ਆ। ਸੋ ਇਹ ਵਾਲੀਆਂ ਤਿੰਨ ਜਿਹੜੀਆਂ ਸਟੇਜਸ ਸੀਗੀਆਂ ਜਿਹਦੀ ਜਿਹੜੀ ਬਰੂਨਰ ਨੇ ਗੱਲ ਕੀਤੀ ਸੀ। ਸੋ ਕੁਐਸਚਨ ਹੈ ਜਿਹੜੇ ਉਹ ਪੁੱਛ ਲਏ ਜਾਂਦੇ ਨੇ। ਸੋ ਇਹ ਸੀਗਾ ਜੀ ਆਪਣੇ ਜਿਹੜੇ ਕੰਪਲੀਟ ਜਿਹੜੇ ਨੋਟਸ ਸੀਗੇ ਜੀ ਬਰੂਨਰ ਨੂੰ ਲੈ ਕੇ ਜੋ ਵੀ ਇੰਪੋਰਟੈਂਟ ਇਹਦੀਆਂ ਗੱਲਾਂ ਸੀਗੀਆਂ ਜੋ ਇੰਪੋਰਟੈਂਟ ਜਿਹਦੇ ਨਾਲ ਇਹ ਸੰਬੰਧਿਤ ਸੀਗਾ। ਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਅਤੇ ਆਪਣੇ ਫਰੈਂਡਸ ਦੇ ਨਾਲ ਵਟਸਐਪ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਅਤੇ ਫਿਰ ਆਪਾਂ ਮਿਲਦੇ ਹਾਂ ਜੀ ਅਗਲੀ ਨੈਕਸਟ ਜਿਹੜੇ ਤੁਹਾਡੇ ਨੋਟਸ ਹੋਣਗੇ ਉਸ ਵੀਡੀਓ ਦੇ ਨਾਲ। ਥੈਂਕਸ ਫॉर ਵਾਚਿੰਗ।